ਸਵਾਗਤ ਜੀ ਤੁਹਾਡਾ ਕੇਂਸ ਪੰਜਾਬੀ ਨਿਊਜ਼ ਤੇ। ਅੱਜ ਆਪਾਂ ਇੱਕ ਵਾਰੀ ਫਿਰ ਜੁੜ ਚੁੱਕੇ ਹਾਂ ਤੁਹਾਡੇ ਨਾਲ। ਆਪਣੇ ਨਾਲ ਨੇ ਗੁਰਜੰਟ ਸਿੰਘ ਵੜੈਚ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੇ ਬੜੇ ਜਦੋਂ ਪੰਜਾਬ ਦੇ ਬੈਰੀਕੇਡ ਤੋੜੇ, ਆਪਾਂ ਜਦੋਂ ਸ਼ੁਰੂਆਤੀ ਤੌਰ ਤੇ ਆਪਾਂ ਪੰਜਾਬ 'ਚੋਂ ਐਂਟਰ ਕੀਤੇ ਹਰਿਆਣੇ 'ਚ, ਇਹਨਾਂ ਦਾ ਪਰਿਵਾਰ ਦਾ ਬੜਾ ਸੰਯੋਗ ਰਿਹਾ। ਤੇ ਆਪਾਂ ਉਹਨਾਂ ਨਾਲ ਦੋ ਗੱਲਾਂ ਕਰਦੇ ਹਾਂ, ਉਹਨਾਂ ਨੂੰ ਪੁੱਛਦੇ ਹਾਂ। ਬੜੇ ਨੇੜੇ ਉਹਨਾਂ ਦੇ ਪਰਿਵਾਰ ਨੇ ਇਹ ਅੰਦੋਲਨ ਦੇਖਿਆ ਉੱਥੋਂ। ਆਪਾਂ 7 ਸਮੁੰਦਰੋਂ ਦੂਰ ਬੈਠੇ ਹਾਂ ਤੇ ਆਸ ਕਰਦੇ ਹਾਂ ਵੀ ਸਾਰੇ ਜੁੜੇ ਰਹੀਏ ਇੱਕ ਅੰਦੋਲਨ ਨਾਲ। ਤੇ ਬਾਈ ਨਾਲ ਦੋ ਗੱਲਾਂ ਸਾਂਝੀਆਂ ਕਰਦੇ ਹਾਂ। ਸਤਿ ਸ਼੍ਰੀ ਅਕਾਲ ਗੁਰਜੰਟ ਸਿੰਘ, ਕੀ ਹਾਲ ਚਾਲ ਨੇ? ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ। ਬਹੁਤ ਵਧੀਆ ਜੀ। ਹੋਰ ਭਾਈ ਤੁਹਾਨੂੰ ਕਿੱਦਾਂ ਲੱਗ ਰਿਹਾ ਵੀ ਆਪਾਂ ਮੋਰਚੇ ਦਾ ਕੀ ਹੱਲ ਹੋਊਗਾ ਆਪਣੇ ਦਾ ਜੀ? ਮੋਰਚੇ ਦਾ ਵੇਖੋ ਜੀ, ਇਸ ਟਾਈਮ ਤਾਂ ਸੋਚ ਕੇ ਦਿਮਾਗ ਕੋਈ ਕੰਮ ਨਹੀਂ ਕਰ ਰਿਹਾ ਵੀ ਕੀ ਹਾਲ ਹੋਏਗਾ। ਜਿਹੜਾ 26 ਤਰੀਕ ਨੂੰ ਹਿੰਸਾ ਹੋਈ ਦਿੱਲੀ ਦੇ ਵਿੱਚ, ਹਾਂਜੀ, ਇਹ ਚੀਜ਼ਾਂ ਤੇ ਸਾਡਾ ਹੁਣ ਲੜਨ ਦਾ ਟਾਈਮ ਨਹੀਂ ਹੈਗਾ ਵੀ ਇਹ ਕਿਹਦੇ ਕਰਕੇ ਹੋਈ ਜਾਂ ਕਿਹਨੇ ਕਰਵਾਈ। ਸਾਨੂੰ ਅੱਗੇ ਫੋਕਸ ਕਰਨਾ ਚਾਹੀਦਾ ਵੀ ਅਸੀਂ ਅੱਗੇ ਜਿੱਤ ਕਿਵੇਂ ਪ੍ਰਾਪਤ ਕਰ ਸਕਦੇ ਹਾਂ। ਬਿਲਕੁਲ ਸਹੀ ਗੱਲ ਬਾਈ ਜੀ। ਤੁਹਾਨੂੰ ਜਿੱਦਾਂ ਲੱਗਿਆ ਵੀ ਇਹ ਹਿੰਸਾ ਦਾ ਕੌਣ ਜ਼ਿੰਮੇਵਾਰ ਆ? ਵੀ ਕਿਹਦੇ ਨਾਲ ਕੀ ਕਹਿੰਦੇ ਆ? ਵੀ ਕੋਈ ਰਾਜੇਵਾਲ ਸਾਹਿਬ ਕਹਿ ਰਹੇ ਆ ਵੀ ਇਹ ਦੀਪ ਸਿੱਧੂ ਹੁਣਾਂ ਨੇ ਕਰਾਈ, ਆਧੀਆਂ ਧੜੇ ਉੱਧਰ ਹੋ ਗਏ, ਅੱਧੇ ਧੜੇ ਉੱਧਰ ਹੋ ਗਏ। ਤੁਹਾਡਾ ਕੀ ਬਈ, ਤੁਸੀਂ ਕੀ ਮੰਨਦੇ ਬਾਈ ਜੀ? ਦੇਖੋ ਜੀ, ਸਭ ਤੋਂ ਪਹਿਲਾਂ ਤਾਂ ਇਹਦੇ ਵਿੱਚ ਤਾਂ ਕੋਈ ਦੋ ਰਾਏ ਨਹੀਂ ਹੋਣੀ ਚਾਹੀਦੀ ਵੀ ਇਹ ਸਾਰੀ ਕਾਰਸਤਾਨੀ ਇਹ ਸਰਕਾਰਾਂ ਦੀ, ਇਹ ਬੀਜੇਪੀ ਗਵਰਨਮੈਂਟ ਦੀ ਤੇ ਆਰਐਸਐਸ ਦੀ ਸੋਚ ਆ ਪਹਿਲੇ ਦਿਨੋਂ ਵੀ ਦੰਗੇ ਕਰਵਾਓ ਤੇ ਮੁੱਦੇ ਤੋਂ ਭੜਕਾਓ ਲੋਕਾਂ ਨੂੰ। ਤੇ ਉਹਨਾਂ ਦੀ ਜਿਹੜੀ ਆਪਣੀ ਆਰਐਸਐਸ ਟੀਮ ਹੈ, ਬੇਸਿਕਲੀ ਉਹਨਾਂ ਦਾ ਕੰਮ ਹੀ ਇਹ ਹੈ ਵੀ ਉਹ ਦੰਗਿਆਂ ਵਿੱਚ ਮਾਹਿਰ ਨੇ। ਜਿੱਥੇ ਜਿੱਥੇ ਕੋਈ ਪ੍ਰੋਟੈਸਟ ਚੱਲਦੀ ਹੁੰਦੀ ਆ, ਜੇ ਕੋਈ ਸਿੱਖਾਂ ਦਾ ਚੱਲਦਾ ਤੇ ਉਹ ਸਿੱਖ ਵੇਸ਼ਭੂਸ਼ਾ ਧਾਰ ਕਰਕੇ, ਜੇ ਉਹ ਮੁਸਲਮਾਨਾਂ ਦਾ ਚੱਲਦਾ ਤੇ ਮੁਸਲਮਾਨ ਬਣ ਕੇ ਵਿੱਚ ਉਹਨਾਂ ਦੇ ਹੀ ਬੰਦਿਆਂ ਨਾਲ ਆਪਸ ਦੇ ਵਿੱਚ ਉਹਨਾਂ ਨੂੰ ਲੜਾਉਂਦੇ ਆ। ਤੇ ਹਰ ਅੰਦੋਲਨ ਉਹਨਾਂ ਨੇ ਇਸ ਤਰੀਕੇ ਨਾਲ ਫੇਲ ਕੀਤਾ। ਹਾਂਜੀ ਬਾਈ ਜੀ, ਆਪਾਂ ਉੱਥੇ ਦੇਖਿਆ ਵੀ ਆ ਵੀ ਕੁਝ ਬੰਦੇ ਉੱਥੇ ਫੜੇ ਵੀ ਗਏ ਆ। ਬਾਈ ਜੀ ਦੀ ਗੱਲ ਬੜੀ ਸਹੀ ਆ ਵੀ ਉੱਥੇ ਉਹ ਆਪ ਕਰਦੇ ਆ। ਬਾਈ ਤੁਹਾਨੂੰ ਜਿੱਦਾਂ ਲੱਗਦਾ ਵੀ ਉਹ ਜਿਹੜੇ ਆਰਐਸਐਸ ਦੇ ਜਾਂ ਬੀਜੇਪੀ ਦੇ ਬੰਦੇ ਆ ਵੀ ਉਹ ਉਹਨਾਂ ਨੇ ਪਲਾਂਟ ਕੀਤੇ, ਜਾਂ ਸੁਣੀ ਸੁਣਾਈ ਗੱਲ ਤੁਸੀਂ ਕਰ ਰਹੇ ਹੋ ਵੀ ਜਾਂ ਤੁਸੀਂ ਉੱਥੇ ਹਰਿਆਣੇ ਦੇ ਰਹਿੰਦੇ ਹੋ, ਜਾਂ ਤੁਹਾਨੂੰ ਪਤਾ ਹੋਣਾ ਵੀ ਉਹ ਲੋਕਲ ਬੰਦੇ ਹੈਗੇ ਆ, ਵੀ ਉਹ ਪਿੰਡਾਂ ਵਾਲੇ ਹੀ ਆ, ਵੀ ਜਾਂ ਵੀ ਉਹ ਪਲਾਂਟ ਕੀਤੇ ਹੋਏ ਬੰਦੇ ਆ? ਭਾਜੀ ਇਹਦੇ 'ਚ ਤਾਂ ਕੋਈ ਸੋਚਣ ਵਾਲੀ ਗੱਲ ਹੀ ਨਹੀਂ ਹੈਗੀ ਉਹ ਬੰਦੇ ਆਰਐਸਐਸ ਦੇ ਆ ਜਾਂ ਕਿਸੇ ਹੋਰ ਦੇ ਆ। ਕਿਉਂਕਿ ਆਪਣੇ ਧਰਨੇ ਜਿੱਥੇ ਲੱਗੇ ਹੋਏ ਆ, ਸਿੰਘੂ ਬਾਰਡਰ ਤੇ ਲੱਗੇ ਹੋਏ ਆ, ਟਿਕਰੀ ਪਿੰਡ ਹੈ, ਸਿੰਘੂ ਪਿੰਡ ਹੈ, ਤੁਸੀਂ ਬੇਸਿਕ ਲੈਵਲ ਤੇ ਉਹਨਾਂ ਗਰਾਊਂਡ ਲੈਵਲ ਤੇ ਜਾ ਕੇ ਉੱਥੇ ਰਹਿਣ ਵਾਲੇ ਵਸਨੀਕਾਂ ਨੂੰ, ਪਿੰਡ ਵਾਲੇ ਲੋਕਾਂ ਨੂੰ ਜਾ ਕੇ ਪੁੱਛ ਲਓ ਵੀ ਇਹ ਬੰਦੇ ਤੁਹਾਡੇ ਪਿੰਡਾਂ ਦੇ ਵਾਲੇ ਹੈ। ਉਹ ਕਹਿੰਦੇ ਆ ਵੀ ਅਸੀਂ ਜਾਣਦੇ ਹੀ ਨਹੀਂ ਇਹਨਾਂ ਪਿੰਡਾਂ ਵਾਲਿਆਂ ਬੰਦਿਆਂ ਨੂੰ ਜਿਹੜੇ ਕਹਿੰਦੇ ਨੇ ਵੀ ਅਸੀਂ ਟਿਕਰੀ ਪਿੰਡ ਦੇ। ਅੱਜ ਮੈਂ ਸਵੇਰੇ ਇੰਟਰਵਿਊ ਦੇਖ ਰਿਹਾ ਸੀ ਮੁੰਡਿਆਂ ਦੀ, ਟਿਕਰੀ ਪਿੰਡ ਵਾਲਿਆਂ ਦੀ। ਉਹ ਕਹਿੰਦੇ ਨੇ ਵੀ ਇੱਥੇ 5-4 ਬੰਦੇ ਸਨ ਜਿਹੜੇ ਬੀਜੇਪੀ ਦੇ ਵਰਕਰ ਸਨ ਤੇ ਉਹ ਇੱਥੇ ਖੜੇ ਸਨ ਤੇ ਕਹਿ ਰਹੇ ਹਨ ਵੀ ਸਾਡੇ ਨਾਲ ਚੱਲੋ, ਅਸੀਂ ਕਿਸਾਨਾਂ ਨੂੰ ਚੱਕਣਾ। ਤੇ ਜਦੋਂ ਪਿੰਡ ਵਾਲੇ ਇਕੱਠੇ ਹੋਏ ਤੇ ਕਹਿੰਦੇ ਵੀ ਤੁਸੀਂ ਕੌਣ? ਉਹ ਬੰਦੇ ਉੱਥੇ ਖੜੇ ਨਹੀਂ। ਤੇ ਇਹਦੇ ਤੋਂ ਤੇ ਸਾਫ਼ ਪਤਾ ਲੱਗਦਾ ਨਾ ਵੀ ਇਹ ਜਿਹੜੇ ਬੰਦੇ ਨੇ ਆਰਐਸਐਸ ਦੇ ਪਲਾਂਟਡ ਨੇ, ਗਵਰਨਮੈਂਟ ਦੀ ਉਹਨਾਂ ਨੂੰ ਸ਼ੈ ਆ। ਜਦੋਂ ਹਿੰਸਾ ਹੁੰਦੀ ਆ ਉਹ ਗਵਰਨਮੈਂਟ ਦੀਆਂ ਬੱਸਾਂ ਤੇ ਉਤਰ ਕੇ ਆਉਂਦੇ ਆ, ਪੁਲਿਸ ਖੜੀ ਰਹਿੰਦੀ ਆ, ਉਹ ਪੱਥਰਬਾਜ਼ੀ ਕਰਦੇ ਰਹਿੰਦੇ ਆ। ਵੀ ਪੁਲਿਸ ਦਾ ਇੱਕ ਤਰਫਾ ਰਵੱਈਆ ਕਿਉਂ? ਸਿਰਫ ਉਹ ਕਿਸਾਨਾਂ ਨੂੰ ਚੱਕਣ ਤੇ ਕਿਉਂ ਤੁਲੀ ਹੋਈ ਹੈ? ਉਹਨਾਂ ਨੂੰ ਕਾਹਤੋਂ ਨਹੀਂ ਕੁਛ ਕਹਿੰਦੀ? ਇਹ ਤਾਂ ਕਲੀਅਰ ਆ ਵੀ ਉਹ ਆਰਐਸਐਸ ਦੇ ਬੰਦੇ ਆ। ਜੀ ਜੀ ਬਾਈ ਜੀ, ਜਿੱਦਾਂ ਬਾਈ ਜੀ ਨੇ ਦੱਸਿਆ ਵੀ ਉਹ ਬੰਦੇ ਆਰਐਸਐਸ ਦੇ ਆ, ਬਾਈ ਜੀ ਦੇ ਜਿੱਦਾਂ ਪਿੰਡਾਂ ਦੇ ਏਰੀਏ ਦੇ ਹੈਗੇ ਆ। ਤੇ ਬਾਈ ਜੀ ਤੁਹਾਨੂੰ ਕੀ ਲੱਗਦਾ ਵੀ ਰਿਕਵੈਸਟ ਕੈਦ 26 ਤੋਂ ਬਾਅਦ ਰਿਕਵੈਸਟ ਕੈਦ ਦੇ ਹੰਝੂਆਂ ਨੇ ਕਿਸਾਨੀ ਅੰਦੋਲਨ ਨੂੰ ਮੋੜਾ ਪਾਇਆ? ਜਿੱਦਾਂ ਕਿ ਪੰਜਾਬ ਦੇ ਆਪਣੇ ਸਿੰਘੂ ਬਾਰਡਰ ਤੋਂ ਬਹੁਤ ਸਾਰੇ ਬੰਦੇ ਸੀਗੇ ਜਿਹੜੇ ਉਹ ਵਾਪਸ ਜਾਣ ਲੱਗ ਗਏ ਸੀਗੇ। ਤੁਹਾਨੂੰ ਲੱਗਦਾ ਵੀ ਰਿਕਵੈਸਟ ਕੈਦ ਨੇ ਵੀ ਬਹੁਤ ਜ਼ਿਆਦਾ ਫਰਕ ਪਾਇਆ ਹੋਊਗਾ ਅੰਦੋਲਨ ਨੂੰ ਵਾਪਸ ਲਿਆਉਣ 'ਚ? ਭਾਜੀ ਵੇਖੋ, ਜਿਹੜਾ 26 ਤਰੀਕ ਨੂੰ ਹਿੰਸਾ ਹੋਈ ਉਹ ਹੋਣੀ ਨਹੀਂ ਸੀ ਚਾਹੀਦੀ। ਚਲੋ ਆਪਾਂ ਇਸ ਚੀਜ਼ 'ਤੇ ਨਾ ਬਹਿਸ ਕਰੀਏ ਕਿਉਂ ਹੋਈ, ਕਿੰਨੇ ਕਰਾਈ, ਉਹ ਸਾਰਿਆਂ ਨੂੰ ਪਤਾ ਵੀ। ਜਿਹੜਾ ਮੈਨੂੰ ਲੱਗਦਾ ਰਾਕੇਸ਼ ਟਕੈਤ ਦੇ ਜਿਹੜੇ ਹੰਝੂ ਸੀ, ਉਹਨੇ ਅੰਦੋਲਨ ਨੂੰ ਇੱਕ ਜੀਵਨ ਦਾਨ ਦੇਣ ਦਾ ਕੰਮ ਕੀਤਾ। ਕਿਉਂਕਿ 26 ਤਰੀਕ ਦੀ ਦੁਪਹਿਰ ਤੱਕ ਜਦੋਂ ਇਹ ਹਿੰਸਾ ਹੋਈ ਸੀ, ਆਪਣੇ ਹਰ ਇੱਕ ਬੰਦੇ ਦਾ ਦਿਲ ਟੁੱਟ ਚੁੱਕਿਆ ਸੀ, ਜਾਂ ਹਰ ਇੱਕ ਬੰਦਾ ਜਿਹੜਾ ਕਿਸਾਨੀ ਅੰਦੋਲਨ ਤੋਂ ਪਹਿਲੇ ਦਿਨ ਤੋਂ ਜੁੜਿਆ ਹੋਇਆ, ਉਹਦਾ ਪੂਰਾ ਮਨੋਬਲ ਟੁੱਟ ਚੁੱਕਿਆ ਸੀ ਵੀ ਹੁਣ ਇਹ ਅੰਦੋਲਨ ਖਤਮ ਹੈ। ਆਪਾਂ ਆਪਸ 'ਚ ਪਾਟ ਚੁੱਕੇ ਸਾਂ। ਕੋਈ ਦੀਪ ਸਿੱਧੂ ਤੇ ਇਲਜ਼ਾਮ ਲਾ ਰਿਹਾ ਸੀ, ਕੋਈ ਲੱਖੇ ਸਿਧਾਣੇ ਤੇ। ਅਸੀਂ ਬਸ ਇਸ ਚੀਜ਼ ਦੀ ਵੇਟ ਕਰ ਰਹੇ ਸਾਂ ਵੀ ਹੁਣ ਦੇਖੋ ਕੀ ਨਿਊਜ਼ ਆਉਂਦੀ ਹੈ। ਪਰ ਆਪਾਂ ਸਡਨਲੀ ਦੇਖਦੇ ਹਾਂ ਰਾਕੇਸ਼ ਟਕੈਤ ਨੂੰ ਗ੍ਰਿਫਤਾਰ ਕਰਨ ਪੁਲਿਸ ਜਾਂਦੀ ਆ, ਉਹ ਰੋਂਦਾ। ਉਹਦੇ ਅਥਰੂਆਂ ਤੇ ਹਰਿਆਣੇ ਤੇ ਪੰਜਾਬ ਦੇ ਸਾਰੇ ਜਾਟ ਭਾਈਚਾਰਾ ਸਾਰਾ ਇਕੱਠਾ ਹੋ ਕੇ ਕਿਸਾਨ ਅੰਦੋਲਨ ਨੂੰ ਜੀਵਨ ਦਾਨ ਦਿੰਦਾ। ਤੇ ਇਹਦੇ ਨਾਲ ਆਪਾਂ ਉਸ ਤੋਂ 2 ਦਿਨਾਂ ਬਾਅਦ ਚਲੋ ਆਪਣਾ ਅੰਦੋਲਨ ਨੇ ਦੁਬਾਰਾ ਸਰਗਰਮੀ ਪਕੜੀ, ਪਰ ਜਿਹੜਾ ਜੀਵਨ ਦਾਨ ਦੇਣ ਦਾ ਕੰਮ ਕੀਤਾ ਉਹ ਰਾਕੇਸ਼ ਟਕੈਤ ਨੇ ਕੀਤਾ ਉੱਥੇ। ਹਾਂਜੀ ਬਹੁਤ ਹਾਂਜੀ, ਜਿੱਦਾਂ ਕਿ ਆਪਾਂ ਜਾਣਦੇ ਹੀ ਹਾਂ ਵੀ ਰਾਕੇਸ਼ ਟਕੈਤ ਨੇ ਉੱਥੇ ਬੜੀ ਵੱਡੀ ਭੂਮਿਕਾ ਨਿਭਾਈ ਆ। ਵੀ ਖਾਪ ਪੰਚਾਇਤਾਂ ਹੋਈਆਂ ਯੂਪੀ ਵੱਲ ਵੀ ਵੱਡੇ ਦਾ ਰਾਤੋਂ ਰਾਤ ਉੱਥੇ ਉਹਨਾਂ ਨੇ ਪਾਣੀ ਵੀ ਆਪਦੇ, ਆਪਾਂ ਦੇਖਿਆ YouTube ਵੀਡੀਓ 'ਤੇ ਵੀ, ਉਹਨਾਂ ਨੇ ਆਪਦੇ ਘਰ ਦਾ ਜਾਂ ਆਪਣੇ ਪਿੰਡ ਦਾ ਪਾਣੀ ਪੀਤਾ। ਤੇ ਆਪਾਂ ਜਾਣਦੇ ਹਾਂ ਬਾਈ ਜੀ ਵੀ ਇਹ 'ਚ ਸਰਕਾਰ ਦੀਆਂ ਕੀ ਸਾਜ਼ਿਸ਼ਾਂ ਹੋਣਗੀਆਂ ਵੀ ਹੁਣ ਗਾਂ ਵੀ ਜਿਹੜੇ ਹਿਸਾਬ ਨਾਲ ਬੈਰੀਕੇਡਿੰਗ ਕਰ ਰਹੇ ਆ, ਵੀ ਵੱਡੇ ਵੱਡੇ ਪੱਥਰ ਰੱਖਤੇ ਉੱਥੇ। ਵੀ ਤੁਹਾਨੂੰ ਕੀ ਲੱਗਦਾ ਵੀ ਹੁਣ ਕੀ ਇੰਜਾਮ ਹੋਊਗਾ? ਵੀ ਆਪਾਂ ਸਿਰੇ 'ਤੇ ਪਹੁੰਚਾਂਗੇ ਕਿ ਨਹੀਂ ਲੱਗਦਾ? ਦੇਖੋ ਭਾਅ ਜੀ, ਜਿਹੜੇ ਹਿਸਾਬ ਦਾ ਗਵਰਨਮੈਂਟ ਨੇ ਆਪਣਾ ਇੰਤਜ਼ਾਮ ਕੀਤਾ ਹੋਇਆ ਹਾਂ ਬਾਈ, ਤੁਹਾਨੂੰ ਕੀ ਲੱਗਦਾ ਵੀ ਜਿਹੜੀਆਂ ਸਰਕਾਰ ਦੀਆਂ ਸਾਜ਼ਿਸ਼ਾਂ ਆ ਆਪਣੀਆਂ ਦੀਆਂ, ਵੀ ਹੁਣ ਏਡੇ ਏਡੇ ਬੈਰੀਕੇਡਿੰਗ ਕਰਤੀਆਂ, ਕੰਡਾ ਤਾਰ ਲਾਤੀ, ਫੋਰਸ ਵੀ ਪੈਰਾਮਿਲਟਰੀ ਫੋਰਸ 4-4 5-5 ਫੋਰਸਾਂ ਲਾਈਆਂ ਹੋਈਆਂ ਬਾਈ ਜੀ, ਤੁਹਾਨੂੰ ਕੀ ਲੱਗਦਾ ਵੀ ਤੁਸੀਂ ਹਰਿਆਣੇ ਦੇ ਹੋ, ਜਿੱਦਾਂ ਵੀ ਉੱਥੇ ਤੁਹਾਡੇ ਕੀ ਮਾਹੌਲ ਚੱਲ ਰਿਹਾ? ਵੀ ਕੀ ਇੰਟਰਨੈਟ ਤਾਂ ਬੰਦ ਆ, ਆਪਾਂ ਨੂੰ ਗੱਲਾਂ 2 ਦਿਨ ਬਾਅਦ 'ਚ ਪਤਾ ਲੱਗਦੀਆਂ, ਤੁਸੀਂ ਲੋਕਲ ਵਸਨੀਕ ਆ, ਉੱਥੇ ਕੀ ਗੱਲਾਂ ਚੱਲ ਰਹੀਆਂ ਭਾਜੀ ਵੀ ਕੀ ਕਰ ਸਕਦੀ ਸਰਕਾਰ?
ਦੇਖੋ ਜੀ, ਜਿਹੜਾ ਲੱਗਦਾ ਵੀ ਜਿਹੜੇ ਹਿਸਾਬ ਨਾਲ ਗਵਰਨਮੈਂਟ ਨੇ ਆਪਣਾ ਬੈਰੀਕੇਟਿੰਗ ਕੀਤੀ ਹੋਈ ਆ, ਉੱਥੇ ਹੁਣ ਸੜਕਾਂ ਤੇ ਕਿੱਲਾਂ ਵੀ ਲਾਤੀਆਂ, ਕੰਕਰੀਟ ਬੈਰੀਅਰਸ ਬਣਾਤੇ ਸੜਕਾਂ ਦੇ ਉੱਤੇ। ਅੱਜ ਤੱਕ ਦੇਖਿਆ ਨਹੀਂ ਕੋਈ ਏਡਾ ਤਕੜਾ ਇੰਤਜ਼ਾਮ, ਕਦੀ ਕਿਸੇ ਇੰਟਰਨੈਸ਼ਨਲ ਬਾਰਡਰ ਤੇ ਨਹੀਂ ਹੁੰਦਾ, ਕਿਸੇ ਕੰਟਰੀਆਂ ਦੀ ਸਰਹੱਦ ਤੇ ਨਹੀਂ ਹੁੰਦਾ। ਜਿੱਥੇ ਲੋੜ ਆ ਉੱਥੇ ਤਾਂ ਕਰਦੇ ਨਹੀਂ। ਅਰੁਣਾਚਲ ਪ੍ਰਦੇਸ਼ ਦੇ ਵਿੱਚ ਚਾਈਨਾ ਵੜ ਕੇ ਅੰਦਰ ਆਪਣੇ 150 ਘਰ ਬਣਾ ਗਿਆ, ਉੱਥੇ ਤੇ ਇਹਨਾਂ ਤੋਂ ਬੈਰੀਕੇਟਿੰਗ ਹੋਈ ਨਹੀਂ। ਤੇ ਆਪਣੇ ਸਿਟੀਜ਼ਨਸ ਨੂੰ ਰੋਕਣ ਵਾਸਤੇ ਇਹਨਾਂ ਨੇ ਏਡੀ ਤਗੜੀ ਬੈਰੀਕੇਟਿੰਗ ਕੀਤੀ। ਉੱਥੋਂ ਤੇ ਸਰਕਾਰ ਦੀ ਦੋਹਰੀ ਨੀਤੀ ਦਾ ਪਤਾ ਲੱਗਦਾ ਨਾ। ਇੱਕ ਪਾਸੇ ਤੂੰ ਕਰਦੀ ਆ ਵੀ ਸਰਕਾਰ ਕਹਿੰਦੀ ਆ ਵੀ ਕਿਸਾਨ ਸਾਡੇ ਨਾਲ ਗੱਲਬਾਤ ਕਰਨ ਨੂੰ ਵੈਲਕਮ ਨੇ, ਮੋਸਟ ਵੈਲਕਮ ਨੇ। ਨਰਿੰਦਰ ਮੋਦੀ ਕਹਿੰਦਾ ਵੀ ਅਸੀਂ ਗੱਲਬਾਤ ਕਰਨ ਨੂੰ ਤਿਆਰ ਆ। ਤੇ ਉਹਨਾਂ ਜੇ ਉਹ ਗੱਲਬਾਤ ਕਰਨ ਨੂੰ ਤਿਆਰ ਆ ਤੇ ਉਹਨਾਂ ਨੂੰ ਬੰਦਾ ਪੁੱਛਣ ਵਾਲਾ ਹੋਏ ਵੀ ਜੇ ਉਹ ਗੱਲਬਾਤ ਕਰਨ ਨੂੰ ਤਿਆਰ ਆ ਤੇ ਫਿਰ ਆ ਜਿਹੜੀ ਏਡੀ ਤਕੜੀ ਬੈਰੀਕੇਟਿੰਗ ਕਰ ਰਹੇ ਆ, ਕਾਹਦੇ ਵਾਸਤੇ ਕਰ ਰਹੇ ਆ? ਕਿਹੜੇ ਹਥਿਆਰ ਨੇ ਕਿਸਾਨਾਂ ਕੋਲ ਜਿਨ੍ਹਾਂ ਤੋਂ ਉਹਨਾਂ ਨੂੰ ਡਰ ਲੱਗਦਾ? ਦੱਸਣ ਤੇ ਸੀ। ਹਾਂਜੀ, ਵੀ ਜਿੱਦਾਂ ਉਹ ਕਹਿੰਦੇ ਇੱਕ ਵਾਰੀ ਦੂਰ ਆ, ਵੀ ਉਹ ਕਿਹੜੀ ਕਾਲ, ਵੀ ਉਹ ਕਿਸ ਚੀਜ਼ ਨੂੰ ਉਡੀਕਦੇ ਹੋਣਗੇ? ਵੀ ਸਿਰਫ ਇੱਕ ਜੁਮਲਾ ਹੀ ਆ ਵੀ ਅਸੀਂ ਇੱਕ ਕਾਲ ਦੂਰ ਆ? ਉਹ ਇੱਕ ਕੋਲ ਤਾਂ ਜਿੱਥੋਂ ਤੱਕ ਲੱਗਦਾ ਵੀ ਇਹ ਉਹਦੇ ਤੋਂ ਹੀ ਦੂਰ ਆ। ਜਿਹੜਾ ਉਹ ਕਹਿੰਦੇ ਵੀ ਸਾਡਾ 18 ਮਹੀਨੇ ਵਾਲਾ ਆਫਰ ਹੈ ਉਹ ਤੁਸੀਂ ਅਸੈਪਟ ਕਰੋ। ਜਿਹੜਾ ਉਹਨਾਂ ਨੇ ਆਫਰ ਦਿੱਤਾ ਹੋਇਆ ਵੀ 18 ਕੇ ਮਹੀਨੇ ਕਾਨੂੰਨਾਂ ਨੂੰ ਹੋਲਡ ਕਰਾਂਗੇ ਤੇ ਉਸ ਤੋਂ ਬਾਅਦ ਰੱਦ ਕਰਾਂਗੇ, ਕਿਉਂਕਿ ਉਹਦੇ 'ਚ ਇਹਨਾਂ ਦੀ ਬੇਇੱਜ਼ਤੀ ਹੁੰਦੀ ਹੈ ਜੋ ਕਾਨੂੰਨ ਵਾਪਸ ਲੈਂਦੇ ਆ ਤਾਂ। ਤੇ ਬੇਸਿਕਲੀ ਕਿ ਉਹਨਾਂ ਦਾ ਕੰਮ ਤਾਂ ਇਹੀ ਆ ਵੀ 18 ਮਹੀਨੇ ਵਾਸਤੇ ਹੋਲਡ ਹੋ ਗਿਆ। ਉਸ ਤੋਂ ਬਾਅਦ ਭੀੜ ਜਿਹੜੀ ਆਪਣੇ ਘਰਾਂ ਨੂੰ ਚੱਲ ਗਈ ਤੇ ਮੁੜ ਕੇ ਕੌਣ ਪੁੱਛਦਾ ਜਦੋਂ ਇੱਕ ਵਾਰ। ਹਾਂਜੀ, ਵੀ ਐਡਾ ਵੱਡਾ ਅੰਦੋਲਨ ਆਪਣਾ ਸ਼ੁਰੂ ਹੋਇਆ ਤੇ ਉਸ ਤੋਂ ਬਾਅਦ ਵਾਰੀ ਐਡੇ ਅੰਦੋਲਨ ਵੱਡੇ ਨਹੀਂ ਜਾਂਦੇ ਜੀ। ਇਹ ਖਾਲਾ ਜੀ ਦਾ ਬਾੜਾ ਨਹੀਂਗਾ। ਤੇ ਬਾਈ ਜੀ ਤੁਹਾਨੂੰ ਲੱਖਾ ਸਿਧਾਣਾ ਤੇ ਦੀਪ ਸਿੱਧੂ ਨੂੰ ਪੁਲਿਸ ਉੱਥੇ ਆਪਣਾ ਲੱਭਦੀ ਫਿਰਦੀ ਆ, ਵੀ ਲੱਖੇ ਸਿਧਾਣੇ ਨੂੰ ਪੁਲਿਸ ਚੱਕਣ ਵੀ ਆਈ ਸੀ। ਤੁਹਾਨੂੰ ਕੀ ਲੱਗਦਾ ਵੀ ਜੇ ਲੱਖੇ ਸਿਧਾਣੇ ਨੂੰ ਅਰੈਸਟ ਕਰ ਲੈਂਦੀ ਆ ਤੇ ਵੀ ਕੋਈ ਆਪਣੇ ਸੰਘਰਸ਼ ਤੇ ਕੋਈ ਪਊਗਾ ਅਸਰ, ਤੁਹਾਨੂੰ ਲੱਗਦਾ ਜੀ? ਦੇਖੋ ਜੀ, ਹੁਣ ਇਹਦੇ 'ਚ ਤਾਂ ਹਜੇ ਬਹੁਤ ਲੰਮੀਆਂ ਗੱਲਾਂ ਨੇ, ਬਹੁਤ ਟਾਈਮ ਤੋਂ ਚੱਲੀ ਆ ਰਹੀਆਂ। 8-10 ਮਹੀਨੇ ਤੋਂ ਉਹਨਾਂ ਲੀਡਰਾਂ ਦੀ ਆਪਸ ਦੇ ਵਿੱਚ ਕੀ ਗੱਲਬਾਤ ਹੋਈ, ਕੀ ਹੁਣ ਅੱਗੇ ਇਹਨਾਂ ਦਾ ਤੱਤ ਨਿਕਲੇਗਾ। ਪਰ ਜਿੱਥੋਂ ਤੱਕ ਮੈਨੂੰ ਲੱਗਦਾ, ਮੈਂ ਆਪਣੇ ਪਰਸਨਲ ਲੈਵਲ ਤੇ ਮੈਂ ਤੁਹਾਨੂੰ ਦੱਸਣਾ ਵੀ ਜਿਹੜਾ ਯੂਥ ਨੂੰ ਇਕੱਠਿਆਂ ਕਰਨ ਦਾ ਕੰਮ ਕੀਤਾ ਪੰਜਾਬੀ ਸਿੰਗਰਾਂ ਨੇ, ਦੀਪ ਸਿੱਧੂ ਨੇ, ਲੱਖੇ ਸਿਧਾਣੇ ਨੇ। ਮੈਂ ਬਲਬੀਰ ਸਿੰਘ ਰਾਜੇਵਾਲ ਨੂੰ ਅੱਜ ਫੋਲੋ ਕਰਦਾ, ਪਰ ਅੱਜ ਤੋਂ ਮੈਂ 10 ਮਹੀਨੇ ਪਹਿਲਾਂ, ਕਿਉਂਕਿ ਜਿਹੜੀ ਮੇਰੀ ਏਜ ਹੈ ਉਹਨਾਂ ਦੇ ਜਿੰਨੇ ਵੀ ਮੂਵਮੈਂਟਸ ਨੇ ਮੇਰੀ ਏਜ ਤੋਂ ਪਹਿਲਾਂ ਦੇ ਆ। ਮੈਨੂੰ ਨਹੀਂ ਸੀ ਪਤਾ ਬਲਬੀਰ ਸਿੰਘ ਰਾਜੇਵਾਲ ਕੌਣ ਹੈ। ਅਸੀਂ ਇਕੱਠੇ ਤਾਂ ਉਹਨਾਂ ਦੇ ਕਹਿਣ ਤੇ ਹੋਏ ਨਾ, ਦੀਪ ਸਿੱਧੂ, ਲੱਖਾ ਸਿਧਾਣਾ ਜਾਂ ਸਾਰਿਆਂ ਦੇ। ਉਸ ਤੋਂ ਬਾਅਦ ਚਲੋ ਉਹਨਾਂ ਦੇ ਕਰੈਕਟਰ ਦੇ ਵਿੱਚ ਕੀ ਚੇਂਜਿਸ ਆਏ ਮੈਂ ਪਰਸਨਲ ਕਮੈਂਟ ਨਹੀਂ ਕਰਦਾ, ਪਰ ਹਜੇ ਆਪਣੇ ਮੌਕੇ ਇਹ ਲੜਨ ਦੇ ਨਹੀਂ ਹੈਗੇ। ਅਸੀਂ ਇਕੱਠੇ ਹੋਈਏ, ਕਿਉਂਕਿ ਹੋ ਸਕਦਾ ਉਹਨਾਂ ਕੋਲ ਵੀ ਆਪਣੇ ਸਪੋਰਟਰ ਹੋਣ। ਲੱਖੇ ਸਿਧਾਣੇ ਦੇ ਤਾਂ ਓਬਵੀਅਸਲੀ ਹੈਗੀ ਆ। ਸੋ ਇਸ ਟਾਈਮ ਸਾਨੂੰ ਰਲ ਕੇ ਕੰਮ ਕਰਨ ਦੀ ਲੋੜ ਹੈ। ਹਮੇਸ਼ਾ ਦੀ ਤਰ੍ਹਾਂ ਅਸੀਂ ਆਪਸ ਦੇ ਵਿੱਚ ਪਾੜ ਨਾ ਪਾਈਏ, ਕਿਉਂਕਿ ਅਸੀਂ ਜਿੰਨੀਆਂ ਵੀ ਹਾਰਾਂ ਹਾਰੇ ਹਾਂ ਅਸੀਂ ਆਪਸੀ ਪਾੜ ਕਰਕੇ ਹਾਰੇ ਹਾਂ। ਹਾਂਜੀ, ਉਹ ਤਾਂ ਹੈ ਬਾਈ ਜੀ। ਦੇਖੋ ਜੋ ਬਾਈ ਜੀ ਨੇ ਕਿਹਾ ਵੀ ਆਪਾਂ ਰਲ ਕੇ ਟਾਈਮ, ਕਿਉਂਕਿ ਪਹਿਲਾਂ ਜਿੰਨੇ ਵੀ ਆਪਣੇ ਸਿੰਗਰ ਭਾਈਚਾਰਾ ਸੀਗਾ, ਜਿੰਨਾ ਵੀ ਆਪਣਾ ਯੂਥ ਸੀਗਾ, ਉਹ ਸਾਰੇ ਆਪਣੇ ਯੰਗਸਟਰ ਨੂੰ ਜਾਣਦੇ ਸੀਗੇ। ਬਲਬੀਰ ਸਿੰਘ ਰਾਜੇਵਾਲ ਨੂੰ ਕੋਈ ਨਹੀਂ ਸੀ ਜਾਣਦਾ। ਵੀ ਹਾਲਾਂਕਿ ਉਹਨਾਂ ਨੇ ਬਹੁਤ ਵੱਡੀਆਂ ਲੜਾਈਆਂ ਲੜੀਆਂ ਆ, ਵੀ 50 ਸਾਲ 51 ਸਾਲ ਦੇ ਉਹਨਾਂ ਨੇ ਸੰਘਰਸ਼ ਲੜੇ ਆ। ਪਰ ਵੀ ਬਾਈ ਦੀ ਗੱਲ ਸੱਚੀ ਆ ਵੀ ਯੂਥ ਨੂੰ ਆਵਾਜ਼ ਸਿਰਫ ਆਪਣੇ ਯੰਗਸਟਰਾਂ ਨੇ ਹੀ ਮਾਰੀ ਆ, ਤੇ ਆਪਾਂ ਉਹਨਾਂ ਨੂੰ ਪਾਸੇ ਨਹੀਂ ਕਰ ਸਕਦੇਗੇ। ਬੜਾ ਸੋਹਣਾ ਬਾਈ ਜੀ ਨੇ ਗੱਲ ਆਖੀ ਆ। ਬਾਈ ਜੀ ਤੁਹਾਨੂੰ ਕੀ ਲੱਗਦਾ ਵੀ ਅੰਦੋਲਨ 'ਚ ਆ ਕੀ ਲਿਖਿਆ ਜੀ? ਤੁਹਾਨੂੰ ਬਾਈ ਇੱਦਾਂ ਲੱਗਦਾ ਵੀ ਆਪਣੇ ਅੰਦੋਲਨਕਾਰੀਆਂ ਨੂੰ ਘੇਰਾਬੰਦੀ ਚਾਰ ਚੁਫੇਰੇ ਪਾਈ ਜਾਂਦੀ ਹੈ, ਵੀ ਇਹਦੇ ਪਿੱਛੇ ਕੀ ਲੱਗਦਾ ਵੀ 84 ਵਾਲਾ ਕੰਮ ਕਰਨ ਨੂੰ ਫਿਰਦੇ ਆ, ਵੀ ਜਾਂ ਕੋਈ ਹੋਰ ਕੋਈ ਕਾਰਵਾਈ ਕਰਨ ਨੂੰ ਫਿਰਦੇ ਆ? ਸਰਕਾਰ ਦਾ ਕੀ ਮਨਸ਼ਾ ਲੱਗਦਾ ਵੀ ਜਿਹੜੀ ਇੰਨੀ ਘੇਰਾਬੰਦੀ ਕਰ ਰਹੇ ਆ, ਵੀ ਕਾਰਨ ਕੀ ਹੋ ਸਕਦਾ ਇਹਦੇ ਪਿੱਛੇ ਜੀ? ਦੇਖੋ ਜੀ, ਮਨਸ਼ਾ ਵਾਲੀ ਤਾਂ ਹੁਣ ਗੱਲ ਇਹ ਹੈ ਵੀ ਉਹਨਾਂ ਕੋਲ ਪਾਵਰ ਹੈ, ਉਹ ਕੁਝ ਵੀ ਕਰ ਸਕਦੇ ਆ। ਉਹ ਤਾਂ ਇਹ ਗੱਲ ਹੈ ਵੀ ਉਹਨਾਂ ਨੇ ਆ ਜ਼ਬਾਨ ਹਿਲਾਣੀ ਆ, ਪੈਨ ਹਿਲਾਣਾ, ਜੋ ਉਹਨਾਂ ਦੇ ਜੋ ਦਿਲ 'ਚ ਆਈ ਜਾਂਦਾ ਉਹ ਕਰੀ ਜਾਂਦੇ ਆ। ਪਰ ਜਾਂ ਤਾਂ ਗੱਲ ਉਹ ਸੋਲਿਊਸ਼ਨ 'ਤੇ ਆਉਣ ਨਾ, ਜਿਹੜੀਆਂ ਪ੍ਰੋਬਲਮਸ ਵਾਸਤੇ ਅਸੀਂ ਆ, ਜਿਹੜੀਆਂ ਆਪਣੀਆਂ ਮੰਗਾਂ ਵਾਸਤੇ ਉੱਥੇ ਬੈਠੇ ਆ, ਉਹ ਸੋਲਿਊਸ਼ਨ 'ਤੇ ਆਉਣ ਵੀ ਅਸੀਂ ਸੋਲਿਊਸ਼ਨ ਕਰਦੇ ਹਾਂ ਇਸ ਗੱਲ 'ਤੇ। ਇਹ ਤਾਂ ਟਾਈਮ ਟਪਾਉਣ ਵਾਲੀਆਂ ਗੱਲਾਂ, ਕਦੀ ਬੈਰੀਕੇਟਿੰਗ ਕਰਤੀ, ਕਦੀ ਪੱਥਰਬਾਜ਼ੀ ਕਰਾਤੀ। ਆਪਣੀਆਂ ਜਿਹੜੀਆਂ ਦੋਗਲੀਆਂ ਨੀਤੀਆਂ ਤੋਂ ਸਰਕਾਰ ਬਾਹਰ ਆਏ। ਜੇ ਉਹ ਗੱਲ ਕਰਨਾ ਚਾਹੁੰਦੀ ਤਾਂ ਗੱਲ ਕਰੇ। ਬੈਰੀਕੇਟਿੰਗ ਦੀ ਸਾਨੂੰ ਕੋਈ ਪ੍ਰੋਬਲਮ ਨਹੀਂ, ਅਸੀਂ ਵੀ ਟੱਪਣ ਨੂੰ ਰਾਜੀ ਨਹੀਂ ਹੈਗੇ। ਅਸੀਂ ਸਾਡਾ ਜੀ ਨਹੀਂ ਕਰਦਾ ਉੱਥੇ ਲੱਤਾਂ ਤੜਵਾਉਣ 'ਤੇ ਜਾਂ ਬਾਹਾਂ ਤੜਵਾਉਣ 'ਤੇ, ਵੀ ਸਾਡੇ ਨਾਲ ਮੁੱਦੇ 'ਤੇ ਆ ਕੇ ਗੱਲ ਕਰਨ। ਸਾਨੂੰ ਕੀ ਲੈਣਾ ਦੇਣਾ ਬੈਰੀਕੇਟਿੰਗ ਜਿੰਨੀ ਮਰਜ਼ੀ ਕਰੀਏ। ਹੁਣ ਸਾਡੇ ਕਿਸਾਨ ਬਿੱਲ ਵਾਪਸ ਲੈਣ ਤੇ ਆਪਣੀ ਬੈਰੀਕੇਟਿੰਗ ਮੁੜ ਕੇ ਭਾਵੇਂ ਸਾਰੀ ਦਿੱਲੀ ਬੰਦ ਕਰ ਲੈਣ, ਸਾਨੂੰ ਉਹਦੇ ਨਾਲ ਫਰਕ ਨਹੀਂ ਪੈਂਦਾ। ਬਿਲਕੁਲ ਸਹੀ ਗੱਲ ਭਾਈ ਜਾਨ। ਤੇ ਇਹ ਤੁਸੀਂ ਦੱਸੋ ਭਾਈ ਜੀ, ਤੁਸੀਂ ਫਾਈਨਲ ਮੈਸੇਜ ਕੀ ਦੇਣਾ ਚਾਹੁੰਦੇ ਆ ਵੀ ਆਪਣੇ ਜਿਹੜੇ ਉੱਥੇ ਯੂਥ ਯੰਗਸਟਰ ਜਾ ਰਹੇ ਨੇ, ਜਿੱਦਾਂ ਵੀ ਆਪਣੇ ਬਜ਼ੁਰਗ ਜਾ ਰਹੇ ਨੇ, ਵੀ ਹੁਣ ਆ ਕੱਲ੍ਹ ਪਰਸੋਂ ਦੀ ਗੱਲ ਮੈਂ ਸੁਣੀ ਵੀ ਉੱਥੇ ਲੁੱਟਾਂ ਖੋਹੀਆਂ ਹੁੰਦੀਆਂ ਰਾਹ 'ਚ ਟਰਾਲੀਆਂ 'ਚ, ਵੀ ਉਹਨਾਂ ਦਾ ਬਾਰਡਰ 'ਤੇ ਤਾਂ ਜ਼ੋਰ ਨਹੀਂ ਚੱਲਿਆ ਕਿਉਂਕਿ ਆਪਣੇ ਕਿਸਾਨ ਬੜੀ ਵੱਡੀ ਤਾਦਾਦ 'ਚ ਆ ਉੱਥੇ, ਤੇ ਉਹ ਹੁਣ ਵੀ ਕੱਲੀ ਟਰਾਲੀ ਨੂੰ ਬਾਈ ਵੀ ਬਣਾ ਰਹੇ ਆ, ਵੀ ਟਾਰਗੇਟ ਕਰ ਰਹੇ ਆ। ਤੁਹਾਨੂੰ ਲੱਗ ਰਿਹਾ ਵੀ ਤੁਹਾਨੂੰ ਕੋਈ ਮੈਸੇਜ ਦੇਣਾ ਚਾਹੀਦਾ ਵੀ ਜਿੱਦਾਂ ਹਰਿਆਣੇ 'ਚ ਆਪਾਂ ਤੁਹਾਡੇ ਲੰਘ ਕੇ ਜਾਂਦੇ ਆ, ਵੀ ਹਰਿਆਣੇ ਵਾਲੇ ਵੀਰਾਂ ਨੂੰ ਜਾਂ ਪਿੰਡਾਂ ਨੂੰ ਚਾਹੀਦਾ ਵੀ ਉਹ ਹਰੇਕ ਟਰਾਲੀ ਦਾ ਵੀ ਜਿੱਦਾਂ ਵੀ ਲੁੱਕ ਆਫਟਰ ਕਰਨ, ਵੀ ਜਾਂ ਵੀ ਸਾਰਾ ਜੱਥਾ ਇਕੱਠਾ ਹੋ ਕੇ ਚੱਲੇ, 5 ਜਾਣੇ ਇਕੱਠੇ ਹੋ ਕੇ ਜਾਣ? ਵੇਖੋ ਜੀ, ਹੁਣ ਜਿਹੜੀ ਹਰਿਆਣੇ ਦੇ ਵਿੱਚ ਪਾਸਿੰਗ ਦੀ ਗੱਲ ਆ, ਇਹ ਨਾ ਬੜਾ ਸੈਂਸਿਟਿਵ ਮੁੱਦਾ ਹੈ। ਕਿਉਂਕਿ ਜਦੋਂ ਆਪਾਂ ਥੋੜ੍ਹਾ ਜਿਹਾ ਪਿੱਛੇ ਚੱਲੀਏ ਇਤਿਹਾਸ ਦੇ ਵਿੱਚ, ਜਦੋਂ ਕੁਝ ਸਾਲ ਪਹਿਲਾਂ ਵੇਖੀ ਜਾਟ ਅੰਦੋਲਨ ਹੋਇਆ ਸੀ ਹਰਿਆਣੇ ਦੇ ਵਿੱਚ, ਤੁਸੀਂ ਆਪ ਇਹ ਗੱਲ ਵੇਖ ਕੇ ਦੱਸੋ ਵੀ ਤੁਸੀਂ ਜਾਟਾਂ ਦੇ ਕਿਰਦਾਰ ਅੰਦੋਲਨ ਦੇ ਵਿੱਚ ਦੇਖ ਕੇ ਵੇਖੋ, ਜਾਂ ਉਹਨਾਂ ਦੇ ਇਤਿਹਾਸ ਵੱਲ ਵੇਖੋ ਮਾੜਾ ਮੋਟਾ, ਵੀ ਉਹ ਜਿਹੜੀਆਂ ਹਰਕਤਾਂ ਕਿਸਾਨ ਅੰਦੋਲਨ ਦੇ ਵਿੱਚ ਹੁਣ ਹੋ ਰਹੀਆਂ, ਲੁੱਟਾਂ ਖੋਹ ਵਾਲੀਆਂ ਜਾਂ ਜਾਟ ਅੰਦੋਲਨ ਦੇ ਵਿੱਚ ਹੋਈ, ਤੁਹਾਨੂੰ ਲੱਗਦਾ ਜਾਟ ਬੰਦਾ ਉਹ ਕਰ ਸਕਦਾ? ਬੜੀ ਗੈਰਤ ਵਾਲੇ ਬੰਦੇ ਆ ਉਹ, ਧੀਆਂ ਭੈਣਾਂ ਦੀ ਇੱਜ਼ਤ ਲੁੱਟਣ ਦੇ ਤਾਂ ਨੇੜੇ ਵੀ ਨਹੀਂ ਜਾਂਦੇ ਜਿਹੜੀਆਂ
ਹਰਕਤਾਂ ਜਾਟ ਅੰਦੋਲਨ ਦੇ ਵਿੱਚ ਹੋਈਆਂ, ਉਦੋਂ ਵੀ ਬੀਜੇਪੀ ਦੀ ਗਵਰਨਮੈਂਟ ਸੀ, ਅੱਜ ਵੀ ਬੀਜੇਪੀ ਦੀ ਗਵਰਨਮੈਂਟ ਹੈ। ਇਹ ਸਾਰੀਆਂ ਇਹ ਜਿਹੜੀਆਂ ਨੁਸਖੇ ਨੇ, ਇਹਨਾਂ ਦੀਆਂ ਸਾਰੀਆਂ ਤਰਕੀਬਾਂ ਬੀਜੇਪੀ ਦੀਆਂ ਆਪਣੀਆਂ, ਤੇ ਜਿਹੜੀਆਂ ਲੁੱਟਾਂ ਖੋਹਾਂ ਹੋ ਰਹੀਆਂ ਨੇ ਇਹ ਸਾਰਿਆਂ ਨੂੰ ਪਤਾ ਕੌਣ ਕਰਾ ਰਿਹਾ। ਇਸ ਗੱਲ ਤੇ ਸਾਨੂੰ ਦੁਬਾਰਾ ਗੱਲ ਕਰਨੀ ਨਹੀਂ ਚਾਹੀਦੀ, ਕਿਉਂਕਿ ਤਾਂ ਸਾਰਾ ਕਲੀਅਰ ਹੈ। ਜੇ ਹਰਿਆਣੇ ਵਾਲਿਆਂ ਨੇ ਲੁੱਟਾਂ ਖੋਹਾਂ ਕਰਨੀਆਂ ਹੁੰਦੀਆਂ ਤੇ ਉਹ ਤੁਹਾਨੂੰ ਬਾਰਡਰ ਟੱਪਣ ਹੀ ਕਿਉਂ ਦਿੰਦੇ? ਉਹੀ ਗੱਲ ਹੈ। ਇਹ ਬਾਈ ਦੇਖੋ, ਗੋਦੀ ਮੀਡੀਆ ਦਾ ਬੜਾ ਵੱਡਾ ਰੋਲ ਆ। ਇੱਕ NDTV ਜਾਂ ਨਿਊਜ਼ 24 2-3 ਚੈਨਲ ਆ ਵੀ ਜਿਹੜਾ ਬੜੀ ਸੱਚਾਈ ਦੱਸਦੇ ਆ। ਗੋਦੀ ਮੀਡੀਆ ਨੇ ਉਹੀ ਦਿਖਾਈ ਜਾਂਦਾ ਵੀ ਜੋ ਮੋਦੀ ਚਾਹੁੰਦਾ ਆ, ਕਿਉਂਕਿ 108 ਚੈਨਲ ਆ ਜੀ ਜਿਹੜੇ ਮੋਦੀ ਹੁਣ ਉਹਨੇ ਅੰਬਾਨੀ ਤੇ ਅਡਾਨੀ ਨੇ ਖਰੀਦੇ ਹੋਏ ਆ। ਸੋ ਫਿਰ ਜੋ ਮਾਲਕ ਕਹੂਗਾ ਉਹਨਾਂ ਨੇ ਤਾਂ ਉਹੀ ਕਰਨਾ, ਉਹ ਤਾਂ ਪੌਪਟ ਆ ਜੀ ਇੱਕ। ਤੇ ਬਾਈ ਤੁਹਾਡਾ ਆਖਰੀ ਮੈਸੇਜ ਕੀ ਆ ਵੀ ਆਪਣੇ ਪਰਿਵਾਰ ਨੂੰ, ਜਾਂ ਆਪਾਂ ਇੱਥੋਂ ਕੀ ਮਦਦ ਕਰ ਸਕਦੇ ਆ ਵੀ ਹਰੇਕ ਆਪਦੇ ਪਿੰਡ ਪੱਧਰ ਤੇ, ਜਿੱਦਾਂ ਵੀ ਆਪਣੇ ਇੱਥੇ ਲੋਕੀ ਰਹਿੰਦੇ ਆ, ਆਸਟ੍ਰੇਲੀਆ 'ਚ ਰਹਿੰਦੇ ਆ, ਵੀ ਆਪਾਂ ਕੀ ਮਦਦ ਕਰ ਸਕਦੇ ਆ? ਵੇਖੋ, ਮੇਰਾ ਤਾਂ ਇਹੀ ਮੈਸੇਜ ਹੈ ਵੀ ਸਾਰੇ ਤੁਸੀਂ ਆਪਸ ਦੇ ਵਿੱਚ ਪਿਆਰ ਨਾਲ ਰਹੋ, ਇਕਜੁੱਟਤਾ ਨਾਲ ਰਹੋ। ਜਿਵੇਂ ਤੋਂ ਅਸੀਂ ਹਰਿਆਣੇ ਦੇ ਵਿੱਚ ਜਾਂ ਪੰਜਾਬ ਦੇ ਵਿੱਚ 36 ਬਰਾਦਰੀਆਂ ਸਾਰੇ ਇਕੱਠੀਆਂ ਰਹਿੰਦੇ ਰਹੇ ਹਾਂ, ਜੰਮਪਲ ਤੋਂ ਅਸੀਂ ਇਕੱਠੇ ਹਾਂ। ਤੇ ਨਿਰਾ ਇਹ ਨਹੀਂਗਾ ਵੀ ਮੈਂ ਕਹਿਤਾ ਤੇ ਅਸੀਂ ਇਕੱਠੇ ਹੋ ਗਏ। ਮੇਰਾ ਨੌਨ ਸਿੱਖ ਕਮਿਊਨਿਟੀ ਜਿਵੇਂ ਭਾਈਚਾਰਾ, ਪੰਡਿਤ ਭਾਈਚਾਰਾ, ਆਪਣੇ ਦੂਜੇ ਜਿੰਨੇ ਭਾਈਚਾਰੇ ਨੇ ਉਹਨਾਂ ਨੂੰ ਵੀ ਮੈਂ ਕਹਿਣਾ ਵਾ, ਭਾਵੇਂ ਤੁਸੀਂ ਕਿਸਾਨ ਫੈਮਲੀਜ਼ ਨਾਲ ਰਿਲੇਸ਼ਨ ਰੱਖਦੇ ਹੋ, ਭਾਵੇਂ ਨਹੀਂ ਰੱਖਦੇ, ਪਲੀਜ਼ ਕਿਸਾਨ ਅੰਦੋਲਨ ਨੂੰ ਸਪੋਰਟ ਕਰੋ। ਇਹ ਇਕੱਲੇ ਕਿਸਾਨ ਜੇ ਮਰਨਗੇ ਤੇ ਇਕੱਲੇ ਉਹ ਨਹੀਂ ਮਰਨਗੇ, ਸਾਰਿਆਂ ਦੀ ਰੋਜ਼ਗਾਰ ਤੇ ਵੀ ਫਰਕ ਪਏਗਾ, ਸਾਰਿਆਂ ਦੇ ਨਿੱਜੀ ਜੀਵਨ ਤੇ ਵੀ ਫਰਕ ਪਏਗਾ। ਸਾਰੇ ਰਲ ਮਿਲ ਕੇ ਰਹੋ ਤੇ ਤੁਸੀਂ ਸਰਕਾਰ ਦੀਆਂ ਨੀਤੀਆਂ ਦਾ ਸ਼ਿਕਾਰ ਨਾ ਹੋਵੋ। ਤੁਸੀਂ ਆਪਣੇ ਬਾਲ ਬੱਚੇ ਵੇਖੋ, ਉਹਨਾਂ ਦਾ ਫਿਊਚਰ ਵੇਖੋ। ਉਹਨਾਂ ਦਾ ਫਿਊਚਰ ਇਹੀ ਆ। ਜੇ ਅੱਜ ਇਹ ਅੰਦੋਲਨ ਠੱਪ ਹੋ ਗਿਆ ਨਾ, ਤੇ ਇਤਿਹਾਸ ਦੇ ਵਿੱਚ ਜਿਹੜੇ ਅੰਦੋਲਨ ਹੈ ਉਹੀ ਆ, ਫਿਊਚਰ ਦੇ ਵਿੱਚ ਕੋਈ ਅੰਦੋਲਨ ਨਹੀਂ ਆਊਗਾ। ਜਿਹੜੇ ਲੈਵਲ ਤੇ ਸਰਕਾਰ ਪਹੁੰਚੀ ਹੋਈ ਹੈ, ਸਾਨੂੰ ਇਹਨੂੰ ਨੱਥ ਪਾਉਣ ਦੀ ਲੋੜ ਹੈ। ਪਲੀਜ਼ ਤੁਸੀਂ ਆਪਣਾ ਭਾਈਚਾਰਾ ਬਣਾ ਕੇ ਰੱਖੋ। ਪਰਸਨਲ ਲੈਵਲ ਤੇ ਮੇਰੀ ਇਹ ਰਿਕੁਐਸਟ ਹੈ ਆਪਣੇ ਪਿੰਡ ਦੇ ਮੁੰਡਿਆਂ ਨੂੰ, ਜਾਂ ਜਿੰਨੇ ਵੀ ਆਸਟ੍ਰੇਲੀਆ ਦੇ ਵਿੱਚ ਆਪਣੇ ਪਿੰਡਾਂ ਦੇ ਮੁੰਡੇ ਰਹਿੰਦੇ ਆ, ਵੀ ਆਪਣੇ ਜਾਣਕਾਰਾਂ ਨੂੰ ਫੋਨ ਕਰੋ, ਉਹਨਾਂ ਨੂੰ ਇਨਕਰੇਜ ਕਰੋ ਫਾਈਨੈਂਸ਼ੀਅਲੀ, ਫਿਜ਼ੀਕਲੀ, ਜਿਵੇਂ ਵੀ ਤੁਸੀਂ ਕਰ ਸਕਦੇ ਹੋ। ਆਪਣੇ ਲੈਵਲ ਤੇ, ਆਪਣੇ ਪੱਧਰ ਤੇ ਹਰ ਇੱਕ ਬੰਦਾ ਕੋਸ਼ਿਸ਼ ਕਰੇ ਵੀ ਇਹ ਅੰਦੋਲਨ ਕਾਮਯਾਬ ਹੋਏ। ਜੇ ਉਹਨਾਂ ਨੂੰ ਕਿਸੇ ਚੀਜ਼ ਦੀ ਸਹਾਇਤਾ ਦੀ ਲੋੜ ਹੈ, ਵੈਸੇ ਤਾਂ ਚਲੋ ਅਕਾਲ ਪੁਰਖ ਦੀ ਮਿਹਰ ਨਾਲ ਸਭ ਕੁਝ ਬਹੁਤ ਹੈ, ਪਰ ਮੈਂ ਇਹ ਰਿਕੁਐਸਟ ਕਰਨਾ, ਜੇ ਉਹ ਬੰਦੇ ਉੱਥੇ ਫਿਜ਼ੀਕਲੀ ਪ੍ਰੈਜ਼ੈਂਟ ਆ ਤੇ ਸਾਨੂੰ ਉਹਨਾਂ ਦੀ ਫਾਈਨੈਂਸ਼ੀਅਲੀ ਜਾਂ ਕਿਸੇ ਵੀ ਤਰੀਕੇ ਉਹਨਾਂ ਦੀ ਹੈਲਪ ਕਰਨੀ ਚਾਹੀਦੀ, ਜਿਹੜੀ ਸਾਡੀ ਹਾਜ਼ਰੀ ਉੱਥੇ ਲਵਾ ਸਕੇ। ਤੇ ਸਾਰਿਆਂ ਨੂੰ ਇਕੱਠੇ ਰਲ ਮਿਲ ਕੇ ਰਹਿਣਾ ਚਾਹੀਦਾ। ਮਿਹਰਬਾਨੀ ਗੁਰਜੰਟ ਸਿੰਘ, ਬਹੁਤ ਬਹੁਤ ਧੰਨਵਾਦ ਤੁਹਾਡਾ ਜੀ। ਸੋ ਤੁਸੀਂ ਜੁੜੇ ਰਹੋ ਕੇਂਸ ਪੰਜਾਬੀ ਨਿਊਜ਼ ਤੇ। ਅਸੀਂ ਇਸੇ ਤਰ੍ਹਾਂ ਹੀ ਤੁਹਾਨੂੰ ਫਾਰ ਨਾਰਥ ਕੁਇਨਸਲੈਂਡ ਤੋਂ ਹੋਰ ਵੱਖ-ਵੱਖ ਆਪਣੇ ਬੰਦਿਆਂ ਦੀਆਂ ਇੰਟਰਵਿਊ ਪੁਆਇੰਟ ਆਫ ਵਿਊ ਦੱਸਾਂਗੇ ਕਿਸਾਨ ਮੋਰਚੇ ਬਾਰੇ। ਜੁੜੇ ਰਹੋ ਕੇਂਸ ਪੰਜਾਬੀ ਨਿਊਜ਼ ਤੇ। ਮਿਹਰਬਾਨੀ, ਧੰਨਵਾਦ ਜੀ।